क्लास 5वीं अध्याय है परिमाप ਅਤੇ ਖੇਤਰਫਲ। विषय है गणित। सो इसकी असीं वर्कशीट हल करांगे। पहला प्रश्न है जी, वर्ग दीआं खाली थां दिता होया की आऊगा। चारों भुजावां बराबर हुंदियां हन, सिर्फ 3 भुजावां बराबर हुंदियां हन, सिर्फ 2 भुजावां बराबर हुंदी 2 भुजावां बराबर नहीं हुंदी, कोई भी भुजा बराबर नहीं हुंदी। ਤਾਂ वर्ग ਦੀਆਂ ਜਿਹੜੀਆਂ ਚਾਰੋਂ ਭੁਜਾਵਾਂ ਹੁੰਦੀਆਂ ਹੈਗੀਆਂ ਉਹ ਬਰਾਬਰ ਹੁੰਦੀਆਂ। ਊੜਾ ਸਾਡਾ ਉੱਤਰ ਹੈਗਾ। ਨੰਬਰ 2, ਕਿਸੇ ਬੰਦ ਸਮਤਲ ਕਿਰਤੀ ਦੀਆਂ ਸਾਰੀਆਂ ਭੁਜਾਵਾਂ ਦੀ ਲੰਬਾਈ ਦੇ ਜੋੜ ਨੂੰ ਕਿਹਾ ਜਾਂਦਾ ਹੈ ਪਰਿਮਾਪ। ਖੇਤਰਫਲ, ਲੰਬਾਈ ਕੋਈ ਨਹੀਂ। ਪਰਿਮਾਪ ਕਿਹਾ ਜਾਂਦਾ, ਉਹਨੂੰ ਘੇਰਾ ਵੀ ਕਹਿ ਦਿੰਦਾ। ਮੰਨ ਲਓ ਕੋਈ ਇਸ ਤਰ੍ਹਾਂ ਦੀ ਬੰਦ ਕਿਰਤੀ ਹੈ ਤਾਂ ਜਿਹੜਾ ਇਹਦੇ ਚਾਰੇ ਪਾਸੇ ਆਪਾਂ ਭੁਜਾਵਾਂ ਦੀ ਮਿਣਤੀ ਕਰਦੇ ਹਾਂ ਜਾਂ ਮਾਪ ਕੇ ਦੇਖਦੇ ਹਾਂ, ਉਹਨਾਂ ਜਿਹੜਾ ਜੋੜ ਲਾਇਆ ਜਾਂਦਾ ਉਹਨੂੰ ਪਰਿਮਾਪ ਕਿਹਾ ਜਾਂਦਾ। ਉਹਨੂੰ ਘੇਰਾ ਵੀ ਕਹਿ ਦਿੰਦੇ ਆ, ਔਰ ਪਰਿਮਾਪ ਔਰ ਘੇਰਾ ਇੱਕੋ ਹੀ ਗੱਲ ਹੈ। ਪ੍ਰਸ਼ਨ ਨੰਬਰ 3, ਐਤ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ। ਆਮਣੇ ਸਾਹਮਣੇ ਵਾਲੀਆਂ ਸਾਰੀਆਂ ਹੀ, ਕੋਈ 3, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਐਤ ਦੀਆਂ ਆਮੋ ਸਾਹਮਣੇ ਵਾਲੀਆਂ ਜਿਹੜੀਆਂ ਹੁੰਦੀਆਂ ਉਹ ਭੁਜਾਵਾਂ ਬਰਾਬਰ ਹੁੰਦੀਆਂ। ਮੰਨ ਲਓ ਇਸ ਤਰ੍ਹਾਂ ਜੀ ਐਤ ਆ, ਤਾਂ ਆਹ ਵਾਲੀਆਂ ਭੁਜਾਵਾਂ ਜਿਹੜੀਆਂ ਇਹ ਬਰਾਬਰ ਹੋਣਗੀਆਂ, ਆਹ ਵਾਲੀਆਂ ਇੱਕ ਦੂਜੇ ਦੇ ਮਤਲਬ ਸਾਹਮਣੇ ਵਾਲੀਆਂ ਇੱਕੋ ਜਿਹੀਆਂ ਹੋਣਗੀਆਂ। ਜੇ ਆਹ 2 ਸੈਂਟੀਮੀਟਰ ਤਾਂ ਆਹ ਵੀ 2 ਸੈਂਟੀਮੀਟਰ ਹੋਊਗੀ। ਸੋ ਸਾਡਾ ਉੱਤਰ ਹੈ ਊੜਾ ਆਮਣੇ ਸਾਹਮਣੇ ਵਾਲੀਆਂ। ਅੱਗੇ ਹੈ ਜੀ ਪ੍ਰਸ਼ਨ ਨੰਬਰ 4, ਲੰਬਾਈ ਜਮਾ ਲੰਬਾਈ ਜਮਾ ਚੌੜਾਈ ਜਮਾ ਚੌੜਾਈ। ਤਾਂ ਇਹਦਾ ਇੱਕ ਫਾਰਮੂਲਾ ਕੀ ਬਣਦਾ ਹੈਗਾ। ਲੰਬਾਈ ਜਮਾ ਚੌੜਾਈ 2 ਗੁਣਾ ਲੰਬਾਈ ਜਮਾ ਚੌੜਾਈ 4 ਗੁਣਾ ਲੰਬਾਈ 4 ਗੁਣਾ ਚੌੜਾਈ। ਤਾਂ ਇਹਦਾ ਜਿਹੜਾ ਫਾਰਮੂਲਾ ਬਣਨਾ ਹੈਗਾ 2 ਗੁਣਾ ਲੰਬਾਈ ਜਮਾ ਚੌੜਾਈ। ਪ੍ਰਸ਼ਨ ਨੰਬਰ 5 ਆ, ਕਿਸ ਵਰਗ ਦਾ ਪਰਿਮਾਪ ਸਭ ਤੋਂ ਘੱਟ ਹੈ। ਦੇਖੋ ਜੀ, ਵਰਗ ਦਾ ਆਪਾਂ ਜਿਹੜਾ ਪਰਿਮਾਪ ਕਰਨਾ ਹੁੰਦਾ ਉਹ 4 ਗੁਣਾ ਭੁਜਾ ਕਰਨਾ ਹੁੰਦਾ। ਤਾਂ ਇਹਦੀ 3 ਭੁਜਾ ਤਾਂ ਇਹ 4 ਤੀਏ 12 ਹੋ ਜਾਏਗਾ। ਇਹਦੀ ਭੁਜਾ 5 ਆ ਤਾਂ 5 ਤੀਆ 5 ਚੌਕਾ 20 ਹੋ ਜਾਊਗਾ। ਇਹਦੀ 4 ਭੁਜਾ ਤਾਂ 4 ਚੌਕੀ 16 ਸੈਂਟੀਮੀਟਰ ਹੋ ਜਾਊਗਾ। ਇਹਦੀ ਭੁਜਾ 6 ਆ ਅਤੇ 6 ਚੌਕਾ 24। ਤਾਂ ਉਹਨੇ ਕਿਹਾ ਸਭ ਤੋਂ ਘੱਟ ਪਰਿਮਾਪ ਕਿਹਦਾ ਹੋਊਗਾ। ਤਾਂ ਸਭ ਤੋਂ ਘੱਟ ਪਰਿਮਾਪ ਉਹਦਾ ਹੀ ਹੋਊਗਾ ਜਿਹਦੀ ਭੁਜਾ ਸਭ ਤੋਂ ਛੋਟੀ ਹੈ। ਤਾਂ ਸਭ ਤੋਂ ਛੋਟੀ ਭੁਜਾ ਕਿਹੜੀ ਹੈਗੀ ਆ, ਇਸ ਵਰਗ ਦੀ ਹੈ 3 ਸੈਂਟੀਮੀਟਰ। ਸੋ ਸਾਡਾ ਜਿਹੜਾ ਉੱਤਰ ਹੈ ਉਹ ਊੜਾ ਹੋਏਗਾ। ਭੁਜਾ ਜਮਾ ਭੁਜਾ ਜਮਾ ਭੁਜਾ ਜਮਾ ਭੁਜਾ 4 ਵਾਰੀ ਲਿਖਿਆ ਹੋਇਆ, ਅਤੇ ਇਹਨੂੰ ਅਸੀਂ ਆਪਾਂ ਫਾਰਮੂਲੇ ਦੇ ਤੌਰ 'ਤੇ ਜਦੋਂ ਲਿਖਦੇ ਹਾਂ ਤਾਂ ਇਹਨੂੰ ਅਸੀਂ ਕਰਦੇ ਹਾਂ 4 ਗੁਣਾ ਭੁਜਾ। ਊੜਾ ਉੱਤਰ ਸਾਡਾ 4 ਗੁਣਾ ਭੁਜਾ 'ਤੇ ਅਸੀਂ ਟਿਕ ਕਰਾਂਗੇ। ਪ੍ਰਸ਼ਨ ਨੰਬਰ 7 ਹੈ ਜੀ, ਬੰਦ ਕਿਰਤੀ ਵਿੱਚ ਘਿਰੇ ਗਏ ਅੰਦਰੂਨੀ ਖੇਤਰ ਨੂੰ ਉਸ ਦਾ ਕਿਹਾ ਜਾਂਦਾ ਹੈ ਆਇਤਨ, ਖੇਤਰਫਲ, ਪਰਿਮਾਪ, ਮਾਪ। ਉਸ ਨੂੰ ਜੀ ਖੇਤਰਫਲ ਕਿਹਾ ਜਾਂਦਾ ਹੈ। ਮੰਨ ਲਓ ਆਹ ਇੱਕ ਵਰਗ ਹੈ ਜਾਂ ਐਤ ਹੈ, ਕੁਛ ਵੀ ਹੈ, ਤਾਂ ਜਿਹੜਾ ਤਾਂ ਅਸੀਂ ਬਾਰ ਮਿਣਤੀ ਕਰਦੇ ਹਾਂ ਉਹ ਤਾਂ ਸਾਡਾ ਪਰਿਮਾਪ ਜਾਂ ਘੇਰਾ ਹੁੰਦਾ। ਆ ਜਿਹੜੀ ਵਿੱਚ ਜਗ੍ਹਾ ਰਹਿ ਜਾਂਦੀ ਸਾਰੀ, ਤਾਂ ਇਹ ਇਹਦਾ ਕੀ ਹੁੰਦਾ, ਖੇਤਰਫਲ। ਇਸ ਨੂੰ ਕੀ ਕਿਹਾ ਜਾਂਦਾ, ਖੇਤਰਫਲ। 8 ਨੰਬਰ ਪ੍ਰਸ਼ਨ ਆ, 440 ਵਰਗ ਮੀਟਰ ਨੂੰ ਲਿਖਿਆ ਜਾ ਸਕਦਾ ਹੈ। ਤਾਂ ਇਸ ਨੂੰ ਜੋ ਅਸੀਂ ਇਸ ਤਰ੍ਹਾਂ ਲਿਖਦੇ ਹਾਂ 440, ਤਾਂ ਮੀਟਰ ਦੇ ਉੱਤੇ ਦੇਖੋ ਛੋਟਾ ਜਿਹਾ 2 ਪਾਇਆ ਹੁੰਦਾ। ਤਾਂ ਜਦੋਂ ਇਸ ਤਰ੍ਹਾਂ 2 ਪਾਇਆ ਜਾਂਦਾ ਤਾਂ ਇਸ ਨੂੰ ਵਰਗ ਮੀਟਰ ਕਿਹਾ ਜਾਂਦਾ ਹੈ। ਇਹ ਵਰਗ ਹੁੰਦਾ। ਤਾਂ ਉਹ ਕਹਿੰਦਾ ਮੈਨੂੰ ਕਿਵੇਂ ਲਿਖਿਆ ਜਾਊਗਾ ਜੇ 440 ਵਰਗ ਮੀਟਰ ਹੋਵੇ ਤਾਂ ਇਹਨੂੰ ਲਿਖਾਂਗੇ ਕਿਵੇਂ, 440 ਦੇ ਮਗਰ ਮੀਟਰ ਉੱਪਰ ਇਹਦੇ ਜਿਹੜਾ 2 ਲਿਖਿਆ ਹੋਇਆ, ਇਹਨੂੰ ਇਸ ਤਰ੍ਹਾਂ ਦਿਖਾਇਆ ਜਾਂਦਾ, ਲਿਖਿਆ ਜਾਂਦਾ। ਅੱਗੇ ਹੈ ਜੀ 9 ਨੰਬਰ ਪ੍ਰਸ਼ਨ, ਮਹਿੰਦਰ ਦੇ ਘਰ ਦੀ ਛੱਤ ਅਤੇ ਪਾਰਸ ਦੇ ਘਰ ਦੀ ਛੱਤ ਵਿੱਚੋਂ ਕਿਸ ਦੇ ਘਰ ਦੀ ਛੱਤ ਦਾ ਖੇਤਰਫਲ ਵੱਧ ਹੈ ਅਤੇ ਕਿੰਨਾ ਖੇਤਰਫਲ ਹੈ। ਲਓ ਜੀ, ਇਹ ਲੰਬਾਈ ਗੁਣਾ ਚੌੜਾਈ ਇਹਦੀ ਜਦੋਂ ਅਸੀਂ ਕਰਦੇ ਹਾਂ ਮਹਿੰਦਰ ਦੇ ਘਰ ਦੀ, ਤਾਂ ਇਹ ਬਣ ਜਾਂਦੀ ਹੈ 120 ਵਰਗ ਮੀਟਰ। ਅਤੇ ਔਰ ਜੇ ਇਹ ਇਸ ਵਰਗ ਦਾ ਅਸੀਂ ਖੇਤਰਫਲ ਕੱਢਦੇ ਹਾਂ ਤਾਂ ਇਹ ਬਣਦਾ ਹੈਗਾ ਭੁਜਾ ਗੁਣਾ ਭੁਜਾ, ਮਤਲਬ 10 ਗੁਣਾ 10 ਕਰਦੇ ਹਾਂ ਤਾਂ ਇਹ ਬਣਦਾ ਹੈਗਾ 100 ਵਰਗ ਮੀਟਰ। ਸੋ ਇਹ 120 ਵਰਗ ਮੀਟਰ ਬਣਦਾ ਹੈਗਾ, ਇਹ 100 ਵਰਗ ਮੀਟਰ ਬਣਦਾ ਹੈਗਾ। ਤਾਂ ਉਹਨੇ ਪੁੱਛਿਆ ਵੀ ਮਹਿੰਦਰ ਦੇ ਜਿਹੜਾ ਖੇਤਰਫਲ ਕਿਹਦਾ ਜ਼ਿਆਦਾ ਹੈਗਾ। ਤਾਂ ਖੇਤਰਫਲ ਮਹਿੰਦਰ ਦੀ ਜਿਹੜੀ ਛੱਤ ਦਾ ਹੈਗਾ ਜ਼ਿਆਦਾ ਹੋਊਗਾ। ਅਤੇ ਕਿੰਨਾ ਜ਼ਿਆਦਾ ਹੈਗਾ,
कितना हैगा वर्ग मीटर 120 वर्ग मीटर खेत्रफल आ और ज़्यादा भी इसका ही है। अगे है जी अमरजीत ਦੇ वर्गाकार कमरे की भुजा ਅਤੇ ਸਰਬਜੀਤ ਦੇ ਘਰ ਦੇ वर्गाकार कमरे की भुजा ਹੇਠਾਂ ਦਿੱਤੀਆਂ ਗਈਆਂ ਤੇ ਕਿਸੇ ਦੇ ਕਮਰੇ ਦਾ ਖੇਤਰਫਲ ਵੱਧਦਾ ਤੇ ਕਿੰਨਾ ਵੱਧਦਾ। ਤਾਂ ਖੇਤਰਫਲ ਅਸੀਂ ਕੱਢਦੇ ਹਾਂ ਭੁਜਾ ਗੁਣਾ ਭੁਜਾ ਹੁੰਦਾ ਵਰਗ ਦਾ, ਤਾਂ ਜਦੋਂ ਇਹਦਾ ਕੱਢਦੇ ਹਾਂ ਤਾਂ ਇਹ ਸਾਡਾ 20 ਗੁਣਾ 20 ਹੋ ਜਾਊਗਾ ਤੇ ਇਹ 400 वर्ग मीटर हो जाऊगा। ਜਦੋਂ ਇਹਦਾ ਅਸੀਂ ਕੱਢਦੇ ਹੈਗੇ ਆ ਭੁਜਾ ਗੁਣਾ ਭੁਜਾ ਕਰਦੇ ਹਾਂ ਤਾਂ 30 मीटर ਆ, ਇਹ 900 ਬਣਦਾ। ਮਤਲਬ ਕਿ ਇਹ 400 वर्ग मीटर ਹੈ, ਇਹ 900 वर्ग मीटर ਹੈ। ਤਾਂ ਹੁਣ ਉਹ ਪੁੱਛਿਆ ਕੀ ਹੈ ਵੀ ਕਿਸ ਦੇ ਕਮਰੇ ਦਾ ਖੇਤਰਫਲ ਵੱਧਦਾ। ਖੇਤਰਫਲ ਤਾਂ ਫਿਰ ਸਰਬਜੀਤ ਦੇ ਕਮਰੇ ਦਾ ਵੱਧ ਹੋ ਗਿਆ, ਠੀਕ ਹੈ। ਅਤੇ ਕਿੰਨਾ ਵੱਧਦਾ 500, ਕਿਉਂਕਿ ਇਹਦਾ 400 ਆ ਇਹਦਾ 900 ਆ, ਮਤਲਬ 500 ਵੱਧਦਾ ਇਹਦਾ। ਤਾਂ ਸਾਡਾ ਜਿਹੜਾ ਉੱਤਰ ਹੈਗਾ ਇਹਦਾ ਉੱਤਰ ਸਰਬਜੀਤ ਦਾ ਜਿਹੜਾ ਘਰ ਦਾ ਖੇਤਰਫਲ ਹੈਗਾ ਉਹਦਾ ਜ਼ਿਆਦਾ ਹੈਗਾ ਅਤੇ 500 वर्ग मीटर ਵੀ ਉਹ ਜ਼ਿਆਦਾ ਹੈ। ਅੱਗੇ 'ਚ ਕਿਸ ਐਤ ਦਾ ਖੇਤਰਫਲ 600 वर्ग मीटर ਹੈ। ਤਾਂ ਦੇਖੋ ਜੀ ਐਤ ਦੀ ਲੰਬਾਈ ਗੁਣਾ ਚੌੜਾਈ ਉਹਦਾ ਖੇਤਰਫਲ ਹੁੰਦਾ। ਤਾਂ ਜੇ ਇਹਨਾਂ ਨੂੰ ਅਸੀਂ ਗੁਣਾ ਕਰਦੇ ਹਾਂ ਤਾਂ 10 ਇਹ 200 ਬਣਦਾ, 20 400 ਬਣਦਾ, ਤਾਂ 20 600 ਬਣਦਾ। ਤਾਂ ਉਹਨੇ ਇਹ ਪੁੱਛਿਆ ਵੀ ਕਿਹਦਾ ਜਿਹੜਾ ਖੇਤਰਫਲ ਆ ਉਹ 600 ਬਣੂਗਾ। ਤਾਂ ਸਾਡੇ ਕੋਲ ਈੜੀ ਵਾਲੀ ਜਿਹੜੀ ਐਤ ਆ ਇਹਦਾ 600 वर्ग मीटर ਜਿਹੜਾ ਖੇਤਰਫਲ ਬਣਦਾ। ਅੱਗੇ ਹੈ ਜੀ 12 ਨੰਬਰ, ਇੱਕ ਆਇਤ ਜਿਸ ਦੀ ਲੰਬਾਈ ਅਤੇ ਚੌੜਾਈ ਬਰਾਬਰ ਹੋਵੇ ਨੂੰ ਕੀ ਕਿਹਾ ਜਾਂਦਾ। ਲੰਬਾਈ ਅਤੇ ਚੌੜਾਈ ਬਰਾਬਰ ਹੋਵੇ, ਲੰਬਾਈ ਅਤੇ ਚੌੜਾਈ ਬਰਾਬਰ ਹੋਵੇ ਤਾਂ ਉਹਦਾ ਵਰਗ ਦੀ ਹੁੰਦੀ ਹੈ, ਸੋ ਉਹ ਸਾਡਾ ਵਰਗ ਹੀ ਹੁੰਦਾ। ਇਹਨਾਂ ਨੇ ਇੱਥੇ ਆਇਤ ਗਲਤ ਲਿਖਤਾ, ਇੱਥੇ ਆਕਿਰਤੀ ਲਿਖਣਾ ਚਾਹੀਦਾ ਸੀ ਵੀ ਜਿਸ ਕਿਰਤੀ ਦੀ ਲੰਬਾਈ ਅਤੇ ਚੌੜਾਈ ਬਰਾਬਰ ਹੋਵੇ ਉਹਨੂੰ ਕੀ ਕਹਿੰਦੇ ਆ। ਐਤ ਇੱਥੇ ਸ਼ਬਦ ਸ਼ਾਇਦ ਗਲਤ ਲਿਖਿਆ ਗਿਆ, ਆਕਿਰਤੀ ਸ਼ਬਦ ਹੋਣਾ ਚਾਹੀਦਾ ਸੀ। ਅੱਗੇ ਹੈ ਜੀ ਦਿੱਤੀ ਆਕਿਰਤੀ ਦਾ ਪ੍ਰਮਾਪ ਦੱਸੋ। ਪ੍ਰਮਾਪ ਕੀ ਹੁੰਦਾ ਕਿ ਅਸੀਂ ਚਾਰੇ ਭੁਜਾਵਾਂ ਨੂੰ ਜਿਹੜੀਆਂ ਵੀ ਹੈਗੀਆਂ ਨੂੰ ਜੋੜ ਲਾਉਣਾ। ਹਰੇਕ ਭੁਜਾ ਦਾ ਜਿਹੜਾ ਮਾਪ ਹੈਗਾ 12 ਸੈਂਟੀਮੀਟਰ ਹੈ। ਤਾਂ ਫਿਰ ਇਹਦਾ ਪ੍ਰਮਾਪ ਅਸੀਂ ਕਿਵੇਂ ਕਰਾਂਗੇ, 12 ਜਮ੍ਹਾਂ 12 ਜਮ੍ਹਾਂ 12 ਕਰਾਂਗੇ, 4 ਵਾਰੀ ਚਾਰਾਂ ਨੂੰ ਜੋੜਾਂਗੇ। ਸੋ ਈਡੀ ਸਾਡਾ ਆਪਸ਼ਨ ਹੈਗਾ, ਇਹਨੂੰ ਅਸੀਂ ਟਿਕ ਕਰਾਂਗੇ। 9 ਵਜੇ ਨੂੰ ਘੜੀ ਵਿੱਚ ਦਰਸਾਉਂਦੀਆਂ ਸੂਈਆਂ ਕਿਸ ਤਰ੍ਹਾਂ ਦੇ ਕੋਣ ਵੱਲ ਇਸ਼ਾਰਾ ਕਰਦੀਆਂ। ਦੇਖੋ ਜੀ 9 ਵਜੇ ਆ ਤਾਂ ਇਸ ਤਰ੍ਹਾਂ ਵੱਜਦੇ ਆ, ਠੀਕ ਹੈ। ਇੱਕ ਸੂਈ ਆਊਗੀ ਤਾਂ ਇਹ ਕਿਹੜਾ ਕੋਣ ਬਣਾਉਂਦੀਆਂ ਹੈਗੀਆਂ, ਇਹ 90 ਡਿਗਰੀ ਦਾ ਕੋਣ ਬਣਾਉਂਦੀਆਂ ਅਤੇ 90 ਡਿਗਰੀ ਦੇ ਕੋਣ ਨੂੰ ਅਸੀਂ ਸਮਕੋਣ ਕਹਿੰਦੇ ਹਾਂ। ਸੋ ਸਾਡਾ ਉੱਤਰ ਜਿਹੜਾ ਹੈਗਾ ਐੜਾ ਹੋਊਗਾ ਸਮਕੋਣ। ਲੱਕੜੀ ਦੀ ਇੱਕ ਕਿਸ਼ਤੀ 1 ਘੰਟੇ ਵਿੱਚ 5 ਕਿਲੋਮੀਟਰ ਜਾਂਦੀ ਹੈ, ਤਾਂ 3 ਘੰਟੇ ਵਿੱਚ ਕਿੰਨੀ ਜਾਊਗੀ ਵੀ। ਤਾਂ ਗੁਣਾ ਕਰਕੇ ਦੇਖਾਂਗੇ, ਇੱਕ 'ਚ 5 ਕਿਲੋਮੀਟਰ, ਜੇ 3 3 5 15 ਕਿਲੋਮੀਟਰ ਜਾਊਗੀ। ਸਿੱਧਾ ਜਿਹਾ ਸਵਾਲ ਹੈ, 'ਚ ਕੋਈ ਹੈ ਹੀ ਨਹੀਂ ਸੋਚਣ ਵਾਲੀ ਗੱਲ। ਸੋ 15 ਕਿਲੋਮੀਟਰ ਸਾਡਾ ਉੱਤਰ ਹੋਊਗਾ। ਅੱਗੇ ਜੀ 16 ਨੰਬਰ ਪ੍ਰਸ਼ਨ, ਰੰਗੇ ਗਏ ਭਾਗ ਦਾ ਪ੍ਰਮਾਪ ਪਤਾ ਕਰੋ। ਤਾਂ ਦੇਖੋ ਜੀ 1 ਸੈਂਟੀਮੀਟਰ ਦਾ ਡੱਬਾ ਹੈ ਅਤੇ ਆਪਾਂ ਮਿਲ ਲੈਂਦੇ 1 ਸੈਂਟੀਮੀਟਰ, 2 ਹੋ ਗਿਆ, 3 ਹੋ ਗਿਆ, 4 ਹੋ ਗਿਆ, ਇੱਥੇ ਤੱਕ 5 6 7 8 9 10 11 12। ਤਾਂ ਪ੍ਰਮਾਪ ਕੀ ਆ, ਸਾਰਿਆਂ ਦਾ ਘੇਰਾ ਆਪਾਂ ਲੰਬਾਈਆਂ ਮਾਪਣੀਆਂ ਸੀਗੀਆਂ ਤਾਂ 12 ਸੈਂਟੀਮੀਟਰ ਬਣਦਾ। ਤਾਂ ਸਾਡਾ ਉੱਤਰ ਜਿਹੜਾ ਹੈਗਾ 12 ਸੈਂਟੀਮੀਟਰ ਪੂਰਾ ਹੈ। ਰੰਗੇ ਭਾਗ ਦਾ ਖੇਤਰਫਲ ਪਤਾ ਕਰੋ। ਰੰਗੇ ਭਾਗ ਦਾ ਖੇਤਰਫਲ ਪਤਾ ਕਰੋ। ਪ੍ਰਸ਼ਨ ਨੰਬਰ 17, ਇਹ ਤੁਹਾਡਾ ਪ੍ਰੋਜੈਕਟ ਵਰਕ ਹੈ, ਤੁਸੀਂ ਆਪ ਹੱਲ ਕਰਨਾ। ਦਿੱਤੀ ਗਈ ਕਿਰਤੀ ਦਾ ਪ੍ਰਮਾਪ ਪਤਾ ਕਰੋ। ਤਾਂ ਪ੍ਰਮਾਪ ਤੁਹਾਨੂੰ ਪਤਾ ਹੀ ਹੈ, ਫਿਰ ਉਹੀ ਆਪਾਂ ਜੋੜ ਹੀ ਲਾਉਣਾ। 3 ਅਤੇ 4 7, 7 ਅਤੇ 5 12। ਤਾਂ 12 ਸੈਂਟੀਮੀਟਰ ਸਿੱਧਾ ਹੀ ਸਵਾਲ ਹੈ, ਇਹਦੇ 'ਚ ਕੋਈ ਸੋਚਣ ਵਾਲੀ ਗੱਲ ਹੀ ਨਹੀਂ। ਪ੍ਰਮਾਪ ਕਿਰਤੀਆਂ ਦੀਆਂ ਭੁਜਾਵਾਂ ਦਾ ਅਸੀਂ ਜੋੜ ਕਰਨਾ ਹੁੰਦਾ। ਅੱਗੇ ਜੀ ਦਿੱਤੀ ਕਿਰਤੀ ਦਾ ਪ੍ਰਮਾਪ ਪਤਾ ਕਰੋ। ਇਹ ਵੀ ਪ੍ਰਮਾਪ ਪਤਾ ਕਰਨਾ। ਦੇਖੋ ਜੀ ਉਹ ਵੀ ਜੋੜ ਹੀ ਕਰਨਾ। ਦੇਖ ਜੇ ਇਹ 60 ਹੈਗੀ ਆ ਜੀ ਅਤੇ ਆਹ ਵੀ 60 ਹੀ ਹੋਣੀ ਆ। ਜੇ ਆਹ 90 ਆ ਤਾਂ ਆਹ ਵੀ 90 ਆ। ਤਾਂ ਇਹਨੂੰ ਅਸੀਂ ਕੀ ਕਰਾਂਗੇ, 2 ਵਾਰੀ 60 ਜੋੜਾਂਗੇ, 2 ਵਾਰੀ 2 ਲੰਬਾਈਆਂ 2 ਚੌੜਾਈਆਂ। 60 60 120 ਹੋ ਜਾਣਗੇ ਅਤੇ 90 90 180 ਹੋ ਜਾਣਗੇ। 60 60 120 ਅਤੇ 90 90 180। ਇਹਨਾਂ ਨੂੰ ਜੋੜ ਕੇ ਦੇਖ ਲਓ
ਕਿੰਨਾ ਬਣਦਾ ਹੈਗਾ? ਹਾਂਜੀ 300 ਬਣ ਗਿਆ, 300 ਵਰਗ ਮੀਟਰ। ਇਹ ਯਾਦ 300 ਮੀਟਰ ਹੀ ਹੋਊਗਾ, ਠੀਕ ਹੈ। ਜੇ ਖੇਤਰਫਲ ਹੋਵੇ ਫਿਰ ਵਰਗ ਮੀਟਰ ਲਿਖਣਾ, ਨਹੀਂ ਤਾਂ ਮੀਟਰ ਹੀ ਲਿਖਣਾ। ਸੋ ਸਾਡਾ ਜਿਹੜਾ ਉੱਤਰ ਹੈਗਾ ਊੜਾ ਹੈਗਾ। ਆਹ ਦੇਖੋ ਜੀ, ਧਿਆਨ ਨਾਲ ਦੇਖੋ ਕਿ ਹੇਠ ਦਿੱਤੇ ਜੋ ਦੋ ਚਿੱਤਰਾਂ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਵੀ ਚਿੱਤਰ 1 ਦਾ ਖੇਤਰਫਲ ਚਿੱਤਰ 2 ਦੇ ਖੇਤਰਫਲ ਨਾਲ ਵੱਧ ਹੈ? ਨਹੀਂ ਵੱਧ ਹੋ ਸਕਦਾ, ਕਿਉਂਕਿ ਡੱਬੇ ਗਿਣ ਲਓ। ਇਹਦੇ ਵਿੱਚ ਤੁਸੀਂ ਦੇਖੋ 1 2 3 ਅਤੇ 4 ਡੱਬੇ ਆ, ਇਹਦੇ ਵਿੱਚ 3 ਅਤੇ 2 5 ਡੱਬੇ, ਇੱਧਰ 5 ਡੱਬੇ ਆ, ਇੱਧਰ 4 ਡੱਬੇ ਆ। ਇਸ ਲਈ ਜਗ੍ਹਾ ਜਿਹੜੀ ਜ਼ਿਆਦਾ ਘੇਰੀ ਹੈ, 2 ਤਸਵੀਰ ਦਾ ਜ਼ਿਆਦਾ ਘੇਰੀ ਹੈ, ਸੋ ਇਹਦਾ ਘੱਟ ਹੈਗਾ, ਇਹਦਾ ਵੱਧ ਹੈਗਾ। ਇਹ ਗੱਲ ਗਲਤ ਹੈ। ਚਿੱਤਰ 1 ਦਾ ਖੇਤਰਫਲ ਚਿੱਤਰ 2 ਦੇ ਖੇਤਰਫਲ ਤੋਂ ਘੱਟ ਹੈ, ਇਹ ਗੱਲ ਜਿਹੜੀ ਆ ਸਹੀ ਹੈ, ਠੀਕ ਹੈ। ਖੇਤਰਫਲ ਦਾ ਮਤਲਬ ਹੁੰਦਾ ਕਿ ਥਾਂ ਜਿਹੜਾ ਹੈਗਾ ਉਹ ਕਿੰਨਾ ਘੇਰਿਆ ਗਿਆ। ਤਾਂ ਖੇਤਰਫਲ ਦੇ ਵਿੱਚ ਦੇਖੋ ਕਿ ਇਸ ਨੇ ਇਹਦੇ ਕੋਲ ਜੇਕਰ 5 ਡੱਬੇ ਆ ਤਾਂ ਮੰਨ ਲਓ 5 ਇੱਟਾਂ ਹੀ ਆ, ਅਤੇ 5 ਇੱਟਾਂ ਜ਼ਿਆਦਾ ਨਹੀਂ ਜਗ੍ਹਾ ਘੇਰਨਗੀਆਂ, ਅਤੇ ਇਹ ਕੋਈ 4 ਇੱਟਾਂ ਘੱਟ ਘੇਰਨੀਆਂ। ਸੋ 1 ਨੰਬਰ ਚਿੱਤਰ ਦਾ ਜਿਹੜਾ ਖੇਤਰਫਲ ਹੈਗਾ 2 ਦੇ ਖੇਤਰਫਲ ਤੋਂ ਘੱਟ ਹੈ, ਮਤਲਬ ਇਹਦਾ ਵੱਧ ਹੈ, ਇਹਦੇ ਕੋਲ ਘੱਟ ਹੈ। ਤਾਂ ਇਹੀ ਗੱਲ ਉਹ ਇਹਦੇ ਬਾਰੇ ਜਿਹੜੀ ਸੀਗੀ ਉਹ ਸਹੀ ਹੈ। ਚਿੱਤਰ ਵਿੱਚ ਦਰਸਾਏ ਹਰੇਕ ਭੁਜਾ ਦੀ ਜਿਹੜੀ ਵਰਗ ਦੀ ਭੁਜਾ 1 ਸੈਂਟੀਮੀਟਰ ਹੈ ਅਤੇ ਖੇਤਰਫਲ 1 ਵਰਗ ਸੈਂਟੀਮੀਟਰ ਹੈ, ਅਤੇ ਵਰਗਾਂ ਦੀ ਗਿਣਤੀ ਕਰਦੇ ਹੋਏ ਚਿੱਤਰ ਦਾ ਖੇਤਰਫਲ ਦੱਸੋ। ਖੇਤਰਫਲ ਦੱਸੋ ਜੀ। ਲਓ ਦੇਖੋ ਜੀ, ਇੱਧਰ ਨੂੰ ਇੱਕ ਡੱਬਾ 1 ਸੈਂਟੀਮੀਟਰ ਦਾ, ਅਤੇ ਇਹਨੂੰ ਜੇ ਅਸੀਂ ਗਿਣੀਏ, ਜੇ ਇਹਨੂੰ ਅਸੀਂ ਗਿਣਦੇ ਹਾਂ ਤਾਂ ਇਹ ਨਾ ਬਣਦੇ ਹੈਗੇ 8 ਡੱਬੇ ਇੱਧਰ ਨੂੰ ਬਣਦੇ ਆ, ਅਤੇ 8 ਹੀ ਇੱਧਰ ਨੂੰ ਬਣਦੇ ਆ। ਸੋ ਮਤਲਬ ਕਿ 8 ਸੈਂਟੀਮੀਟਰ ਇਹ ਹੋ ਗਿਆ, ਅਤੇ 8 ਹੀ ਇੱਧਰ ਹੋ ਗਿਆ। ਸੋ ਇਹਨਾਂ ਸਾਰੇ ਡੱਬਿਆਂ ਦਾ ਇਕੱਠਾ ਜਦੋਂ ਆਪਾਂ ਖੇਤਰਫਲ ਕੱਢਦੇ ਹਾਂ ਤਾਂ ਖੇਤਰਫਲ ਹੋਣਾ ਭੁਜਾ ਗੁਣਾ ਭੁਜਾ, ਤਾਂ ਭੁਜਾ ਗੁਣਾ ਭੁਜਾ ਕਿੰਨੀ ਹੋਊਗੀ? 8 ਗੁਣਾ 8। ਭੁਜਾ ਇੱਕ ਸਾਡੀ 8 ਦੀ ਨਾ ਬਣ ਗਈ ਨਾ। ਇੱਕ ਡੱਬਾ ਜੇ 1 ਸੈਂਟੀਮੀਟਰ ਦਾ, ਤਾਂ ਪੂਰੀ ਲਾਈਨ ਸਾਡੇ ਕੋਲ 8 ਸੈਂਟੀਮੀਟਰ ਦੀ ਬਣ ਗਈ। ਸੋ 8 ਸੈਂਟੀਮੀਟਰ ਇੱਧਰ ਆ ਅਤੇ 8 ਸੈਂਟੀਮੀਟਰ ਇੱਧਰ ਹੈ, ਸਾਰੇ ਪਾਸੇ ਹੀ 8-8 ਸੈਂਟੀਮੀਟਰ ਬਣਦੇ ਹੈਗੇ ਆ। ਸੋ ਸਾਡੇ ਕੋਲ ਜਿਹੜਾ ਖੇਤਰਫਲ ਦਾ ਫਾਰਮੂਲਾ ਹੈਗਾ ਵਰਗ ਦਾ ਭੁਜਾ ਗੁਣਾ ਭੁਜਾ, ਸੋ 8 ਗੁਣਾ 8, 8 8 64, 64 ਵਰਗ ਸੈਂਟੀਮੀਟਰ। ਇਹ ਖਿਆਲ ਰੱਖੋ, ਇੱਧਰ 64 ਵੀ ਦਿੱਤਾ ਹੋਇਆ, ਇੱਧਰ ਸੈਂਟੀਮੀਟਰ ਦਿੱਤਾ, ਲੇਕਿਨ ਵਰਗ ਸੈਂਟੀਮੀਟਰ। ਜਦੋਂ ਅਸੀਂ ਖੇਤਰਫਲ ਕੱਢਣਾ ਤਾਂ ਵਰਗ ਸੈਂਟੀਮੀਟਰ, ਆਹ 2 ਜਿਹੜਾ ਸੈਂਟੀਮੀਟਰ ਦੇ ਉੱਪਰ ਲਿਖਿਆ ਹੋਇਆ ਇਹ ਚੀਜ਼ ਮਗਰ ਜ਼ਰੂਰ ਲਿਖਣੀ ਹੈ। ਸੋ ਅੱਗੇ ਹੈ ਜੀ 22 ਨੰਬਰ ਪ੍ਰਸ਼ਨ। ਚਿੱਤਰ ਵਿੱਚ ਦਰਸਾਏ ਵਰਗ ਦੀ ਭੁਜਾ 1 ਸੈਂਟੀਮੀਟਰ ਹੈ ਅਤੇ ਖੇਤਰ 1 ਵਰਗ ਸੈਂਟੀਮੀਟਰ ਹੈ। ਵਰਗਾਂ ਦੀ ਗਿਣਤੀ ਕਰਦੇ ਹੋਏ ਚਿੱਤਰ ਵਿੱਚ ਸਭ ਤੋਂ ਵੱਧ ਖੇਤਰਫਲ ਕਿਸ ਦਾ ਹੋਵੇਗਾ? ਇਹਦੇ ਵਿੱਚ ਸਿਰਫ ਤੁਸੀਂ ਕੁਛ ਨਹੀਂ ਕਰਨਾ, ਡੱਬੇ ਹੀ ਗਿਣਨੇ ਆ। ਜਿਹਦੇ ਜ਼ਿਆਦਾ ਡੱਬੇ ਆ ਉਹਦਾ ਖੇਤਰਫਲ ਵੱਧ ਹੋਊਗਾ, ਜਿਹਦੇ ਸਭ ਤੋਂ ਘੱਟ ਆ ਉਹਦੇ ਖੇਤਰਫਲ ਸਭ ਤੋਂ ਘੱਟ ਹੋਊਗਾ। ਅਤੇ ਸਭ ਤੋਂ ਵੱਧ ਡੱਬੇ ਇਹ ਸ਼ਾਇਦ ਸੱਸੇ ਵਿੱਚ ਹੀ ਹੈ, ਆਪਾਂ ਗਿਣ ਵੀ ਲੈਂਦੇ ਹਾਂ। 1 2 3 4 5 6 6 4 10 ਅਤੇ 4 14 ਡੱਬੇ ਆ ਇਹਦੇ ਵਿੱਚ। ਸੋ ਇਹਦਾ ਖੇਤਰਫਲ ਵੱਧ ਹੋਊਗਾ ਜੀ। ਹੋਰ ਇਹ ਵੀ ਦੇਖਣੇ ਆ, ਗਿਣ ਕੇ ਦੇਖ ਲੈਂਦੇ ਹਾਂ। ਇਹ ਹੈਗੇ ਜੀ 5 ਅਤੇ 1 6, 6 ਅਤੇ 6 12, ਇਹ ਘੱਟ ਆ। ਸਾਡਾ ਉੱਤਰ ਜਿਹੜਾ ਉਹ ਸੱਸਾ ਹੀ ਆ, ਠੀਕ ਹੈ। ਇਸ ਤਰ੍ਹਾਂ ਘੱਟ ਪੁੱਛੇ ਤਾਂ ਸਭ ਤੋਂ ਘੱਟ ਵਾਲੇ ਡੱਬੇ ਗਿਣ ਕੇ ਦੇਖ ਲਓ, ਅਸੀਂ ਦੱਸ ਦੇਣਾ। ਅੱਗੇ ਜੀ, ਜੇਕਰ ਇਸ ਲੂਡੋ ਦੀ ਭੁਜਾ 13 ਸੈਂਟੀਮੀਟਰ ਹੈ ਤਾਂ ਲੂਡੋ ਦਾ ਖੇਤਰਫਲ ਪਤਾ ਕਰੋ। ਲਓ ਜੀ, ਉਹੀ ਜਿੱਦਾਂ ਆਪਾਂ ਉਹ ਪਿੱਛੇ ਕੀਤਾ ਸੀਗਾ ਖਾਲੀ ਡੱਬਿਆਂ ਵਾਲਾ, ਤਾਂ ਇਹ ਕਹਿੰਦਾ 13 ਸੈਂਟੀਮੀਟਰ ਇੱਕ ਭੁਜਾ ਇਹਦੀ, ਤਾਂ ਆ ਵੀ 13 ਹੀ ਹੋਣੀ ਹੈ। ਵਰਗ ਦੀਆਂ ਸਾਰੀਆਂ ਬਰਾਬਰ ਹੁੰਦੀਆਂ, 4 ਹੀ। ਤਾਂ ਵਰਗ ਦਾ ਜਿਹੜਾ ਖੇਤਰਫਲ ਜਦੋਂ ਅਸੀਂ ਕੱਢਣਾ ਤਾਂ ਉਹ ਭੁਜਾ ਗੁਣਾ ਭੁਜਾ ਹੁੰਦਾ, ਮਤਲਬ 13 ਗੁਣਾ 13, 13 ਗੁਣਾ 13, ਤਾਂ ਇਹ ਬਣਦੇ ਸਾਡੇ ਕੋਲ 13 13 169 ਬਣਦੇ ਆ। ਤਾਂ 169 ਕੀ ਲਿਖਾਂਗੇ? ਵਰਗ ਸੈਂਟੀਮੀਟਰ ਲਿਖਾਂਗੇ ਕਿ ਆਹ ਵਾਲੇ ਲਿਖਾਂਗੇ? ਹਾਂਜੀ, ਖੇਤਰਫਲ ਜਦੋਂ ਕਰਨਾ ਤਾਂ ਉਹਦੇ ਮਗਰ ਵਰਗ ਸੈਂਟੀਮੀਟਰ, ਮਤਲਬ ਆਹ ਜਿਹੜਾ ਉੱਪਰ 2 ਪਾਇਆ ਹੋਇਆ ਇਸ ਤਰ੍ਹਾਂ ਨਿਸ਼ਾਨ ਹੋਣਾ ਜ਼ਰੂਰੀ ਹੈ। ਉਹਨੂੰ ਅਸੀਂ ਵਰਗ ਸੈਂਟੀਮੀਟਰ ਲਿਖਦੇ ਹਾਂ। ਜੇ ਪ੍ਰਮਾਪ ਹੁੰਦਾ ਤਾਂ ਫਿਰ ਅਸੀਂ ਉਹਦੇ ਮਗਰ ਵਰਗ ਸੈਂਟੀਮੀਟਰ ਨਹੀਂ ਲਿਖਦੇ, ਸਿੱਧੇ ਸੈਂਟੀਮੀਟਰ ਲਿਖਣੇ ਸੀ। ਹਾਂਜੀ, ਉਹਦੇ ਨਾਲ ਦਾ ਹੋਰ ਆਪਾਂ ਨੂੰ ਕੋ ਸਵਾਲ ਫੇਰ ਆ ਗਿਆ। ਹੁਣ ਕਹਿੰਦਾ ਘੱਟ ਖੇਤਰਫਲ ਕਿਹਦਾ? ਤਾਂ ਉਹੀ ਫਾਰਮੂਲਾ, ਸਭ ਤੋਂ ਘੱਟ ਈਡੀ ਵਾਲੇ ਦੇ ਡੱਬੇ ਆ,
ਤਾਂ ਇਹਦਾ ਘੱਟ ਖੇਤਰਫਲ ਹੈ ਜੀ। ਠੀਕ ਹੈ, ਅੱਗੇ ਜੀ ਦੱਸੋ ਕਿਸ ਦਾ ਪਰਿਮਾਪ ਘੱਟ ਹੈ। ਪਰਿਮਾਪ ਘੱਟ ਜਿਹੜਾ ਨੋਟ ਘੱਟ ਛੋਟਾ ਉਹਦਾ ਪਰਿਮਾਪ ਘੱਟ। ਤਸਵੀਰ 1 ਦਾ, ਤਸਵੀਰ 2 ਦਾ, ਇਹਨਾਂ 'ਚ ਦੋਨਾਂ ਦਾ ਪਰਿਮਾਪ ਬਰਾਬਰ ਹੈ, ਇਹਨਾਂ ਵਿੱਚ ਕੋਈ ਨਹੀਂ। ਤਸਵੀਰ 2 ਦਾ ਜਿਹੜਾ ਪਰਿਮਾਪ ਹੈ ਜੀ ਘੱਟ ਹੈ, ਕਿਉਂਕਿ ਉਹ ਨੋਟ ਜਿਹੜਾ ਹੈਗਾ ਛੋਟਾ ਹੈ, ਅਤੇ ਜਦੋਂ ਅਸੀਂ ਉਹਨੂੰ ਮਾਪਾਂਗੇ ਤਾਂ ਉਹਦਾ ਜੋੜ ਘੱਟ ਬਣੂਗਾ। 2000 ਵਾਲੇ ਨੋਟ ਦਾ ਆਕਾਰ ਵਿੱਚ ਵੱਡਾ ਹੈ ਤਾਂ ਉਹਦਾ ਜਿਹੜਾ ਪਰਿਮਾਪ ਹੈ ਜ਼ਿਆਦਾ ਹੋਊਗਾ। ਸੋ ਉਹਨੇ ਪੁੱਛਿਆ ਕੀ ਸੀ ਕਿ ਪਰਿਮਾਪ ਘੱਟ ਕਿਹਦਾ ਹੈ, ਤਾਂ ਪਰਿਮਾਪ ਸਾਡੇ ਕੋਲੇ ਤਸਵੀਰ 2 ਦਾ ਹੈ, 500 ਰੁਪਏ ਵਾਲੇ ਦਾ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਆਸ ਹੈ ਕਿ ਤੁਹਾਨੂੰ ਪਸੰਦ ਆਈ ਹੋਊਗੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਡੇ ਲਈ ਹੋਰ ਵਧੀਆ ਵਧੀਆ ਵੀਡੀਓ ਬਣਾਈਆਂ ਜਾ ਸਕਣ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।